ਸੋ ਵੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਮੈਟੈਲਿਕ ਕਰੈਕਟਰ ਦੇ ਬਾਰੇ ਰੀਡ ਕਰਾਂਗੇ। ਮੈਟੈਲਿਕ ਕਰੈਕਟਰ ਕੀ ਹੁੰਦਾ? ਮੈਟੈਲਿਕ ਕਰੈਕਟਰ ਡਿਪੈਂਡ ਕਰਦਾ ਕਿ ਕੋਈ ਐਟਮ ਆਪਣੇ ਵਿੱਚੋਂ ਇਲੈਕਟ੍ਰੋਨਸ ਨੂੰ ਕਿੰਨੀ ਜਲਦੀ ਲੋਸ ਕਰ ਸਕਦਾ, ਲੋਸ ਕਰਕੇ ਉਹ ਪੋਜ਼ਿਟਿਵ ਆਇਨਸ ਬਣਾ ਸਕਦਾ। ਠੀਕ ਹੈ ਨਾ। ਇਟ ਇਜ਼ ਦ ਟੈਂਡੈਂਸੀ ਟੂ ਲੋਸ देयर ਵੈਲੈਂਸ ਇਲੈਕਟ੍ਰੋਨਸ ਐਂਡ ਟੂ ਫੋਰਮ ए ਪੋਜ਼ਿਟਿਵ ਆਇਨ। ਠੀਕ ਹੈ, ਫॉर द ਮੈਟਲਸ। ਤੇ ਜਿਹੜੇ ਐਲੀਮੈਂਟਸ ਦੇ ਵਿੱਚ ਇਹ ਵਾਲੀ ਟੈਂਡੈਂਸੀ ਜ਼ਿਆਦਾ ਹੋਵੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਥੀਸ ਆਰ ਕਾਲਡ ਦਾ ਮੈਟਲਸ। ਮਤਲਬ ਕਿ ਜਿਹੜੇ ਇਲੈਕਟ੍ਰੋਨਸ ਨੂੰ ਲੋਸ ਕਰਕੇ ਪੋਜ਼ਿਟਿਵ ਆਇਨਸ ਬਣਾ ਲੈਂਦੇ, ਇਹਨੂੰ ਆਪਾਂ ਇਲੈਕਟ੍ਰੋ ਪੋਜ਼ਿਟਿਵ ਕਰੈਕਟਰ ਵੀ ਨਾਮ ਦੇ ਦਿੰਦੇ ਹਾਂ। ਜਿੱਦਾਂ ਸੋਡੀਅਮ ਇੱਕ ਇਲੈਕਟ੍ਰੋਨ ਲੋਸ ਕਰਕੇ ਸੋਡੀਅਮ ਪੋਜ਼ਿਟਿਵ ਆਇਨ ਬਣਾ ਲੈਂਦਾ, ਮੈਗਨੀਸ਼ੀਅਮ 2 ਲੋਸ ਕਰਦਾ ਵੈਲੈਂਸ ਇਲੈਕਟ੍ਰੋਨ ਤਾਂ ਕਿ ਉਹ ਸਟੇਬਲ ਹੋ ਜਾਣ ਉਹਨਾਂ ਦੇ, ਅਤੇ ਆਊਟਰ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਕੰਪਲੀਟ ਹੋ ਜਾਣ। ਠੀਕ ਆ। ਇਹ ਹੁਣ ਦੋ ਫੈਕਟਰਸ ਦੇ ਉੱਪਰ ਹੀ ਬੇਸਿਕਲੀ ਡਿਪੈਂਡ ਕਰਦਾ, ਸੇਮ ਅੱਗੇ ਵਾਂਗੂ ਅਟੋਮਿਕ ਸਾਈਜ਼ ਤੇ ਨਿਊਕਲੀਅਰ ਚਾਰਜ। ਅਟੋਮਿਕ ਸਾਈਜ਼ ਜਿੰਨਾ ਛੋਟਾ ਸਾਈਜ਼ ਹੋਊਗਾ ਉਨਾ ਹੀ ਮੈਟੈਲਿਕ ਕਰੈਕਟਰ ਲੋ ਹੋ ਜਾਊਗਾ, ਥੋੜ੍ਹਾ ਹੋ ਜਾਊਗਾ। ਜਿੰਨਾ ਸਾਈਜ਼ ਵੱਡਾ ਹੋਊਗਾ ਉਨਾ ਮੈਟੈਲਿਕ ਕਰੈਕਟਰ ਵੀ ਜ਼ਿਆਦਾ ਹੋ ਜਾਊਗਾ। ਨਿਊਕਲੀਅਰ ਚਾਰਜ ਵੀ ਜਿੰਨਾ ਜ਼ਿਆਦਾ ਹੋਊਗਾ ਮੈਟੈਲਿਕ ਕਰੈਕਟਰ ਓਨਾ ਹੀ ਲੋ ਹੋ ਜਾਊਗਾ, ਓਨਾ ਹੀ ਥੋੜ੍ਹਾ ਹੋ ਜਾਊਗਾ, ਓਨਾ ਹੀ ਔਖਾ ਹੋਊਗਾ ਇਲੈਕਟ੍ਰੋਨ ਨੂੰ ਲੋਸ ਕਰਨਾ। ਠੀਕ ਆ। ਅਤੇ ਜਦੋਂ ਹਾਈਡਰੋਜਨ ਦੇ ਵਿੱਚੋਂ ਇਲੈਕਟ੍ਰੋਨ ਲੋਸ ਕਰਵਾ ਦਈਏ ਫਿਰ H ਪੋਜ਼ਿਟਿਵ ਆਇਨ ਬਣਦਾ, ਜਿਹਨੂੰ ਕਿ ਆਪਾਂ ਕੀ ਕਹਿ ਦਿੰਦੇ ਹਾਂ? ਪ੍ਰੋਟੋਨ। ਕਿਉਂਕਿ ਹਾਈਡਰੋਜਨ ਕੋ ਇੱਕ ਇਲੈਕਟ੍ਰੋਨ ਅਤੇ ਇੱਕ ਪ੍ਰੋਟੋਨ ਹੁੰਦਾ ਨਾ, ਇਲੈਕਟ੍ਰੋਨ ਤਾਂ ਬਾਹਰ ਨਿਕਲ ਗਿਆ, ਫਿਰ ਰਹਿ ਪਿੱਛੇ ਕੀ ਗਿਆ? ਸਿਰਫ ਪ੍ਰੋਟੋਨ। H ਪੋਜ਼ਿਟਿਵ ਨੂੰ ਆਪਾਂ ਇਸ ਕਰਕੇ ਪ੍ਰੋਟੋਨ ਕਹਿੰਦੇ ਹਾਂ। ਠੀਕ ਆ। ਅਤੇ ਅਕਰੋਸ ਦਾ ਪੀਰੀਅਡ ਜਿਹੜਾ ਵਾ ਮੈਟੈਲਿਕ ਕਰੈਕਟਰ ਉਹ ਹੌਲੀ ਹੌਲੀ ਡਿਕਰੀਜ਼ ਹੁੰਦਾ ਵਾ, ਕਿਉਂਕਿ ਸਾਈਜ਼ ਡਿਕਰੀਜ਼ ਹੁੰਦਾ ਨਾ। ਆਪਾਂ ਜਦੋਂ ਅਲੋਂਗ ਦਾ ਪੀਰੀਅਡ ਜਾਂ ਅਕਰੋਸ ਦਾ ਪੀਰੀਅਡ ਮੂਵ ਕਰਦੇ ਹਾਂ ਸਾਈਜ਼ ਡਿਕਰੀਜ਼ ਹੁੰਦਾ ਜਾਂਦਾ ਇੱਧਰ ਨੂੰ। ਸਾਈਜ਼ ਜਿੰਨਾ ਛੋਟਾ ਹੋ ਗਿਆ ਓਨਾ ਹੀ ਥੋੜ੍ਹਾ ਮੈਟੈਲਿਕ ਕਰੈਕਟਰ ਹੋਣਾ, ਅਤੇ ਉਹਦੇ ਓਪੋਜ਼ਿਟ ਨੋਨ ਮੈਟੈਲਿਕ ਕਰੈਕਟਰ ਉਹਦੇ ਵਿੱਚ ਆ ਜਾਣਾ। ਇਸੇ ਕਰਕੇ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਮਿਲਦੇ ਆ ਮੈਟਲਸ, ਹੌਲੀ ਹੌਲੀ ਚੇਂਜ ਹੁੰਦੇ ਹੋਏ ਮੈਟਲੋਇਡਸ ਬਣ ਜਾਂਦੇ, ਫਿਰ ਉਹ ਨੋਨ ਮੈਟਲਸ ਬਣ ਜਾਂਦੇ। ਮਤਲਬ ਪੀਰੀਓਡਿਕ ਟੇਬਲ ਦੇ ਰਾਈਟ ਹੈਂਡ ਸਾਈਡ 'ਤੇ ਕੀ ਮਿਲੂਗੇ ਆਪਾਂ ਨੂੰ? ਨੋਨ ਮੈਟਲਸ, ਅਤੇ ਲੈਫਟ ਸਾਈਡ 'ਤੇ ਕੀ ਮਿਲੂਗੇ? ਮੈਟਲਸ। ਠੀਕ ਆ ਵੀ। ਸੋ ਹੁਣ ਦੇਖੋ ਵੀ ਇਸੇ ਦੇ ਨਾਲ ਰਿਲੇਟਡ ਕੀ ਆ? ਜਿਹੜੀ ਚੀਜ਼ ਆਪਣੇ ਇਲੈਕਟ੍ਰੋਨਸ ਲੋਸ ਕਰ ਦੇਵੇ, ਠੀਕ ਆ, ਆਪਣੇ ਇਲੈਕਟ੍ਰੋਨ ਲੋਸ ਕਰੂਗੀ, ਦੂਜਾ ਕੀ ਕਰੂਗਾ? ਉਸ ਇਲੈਕਟ੍ਰੋਨ ਨੂੰ ਗੇਨ ਹੀ ਕਰੂਗਾ। ਫਿਰ ਜੇ ਆਪਾਂ ਇਲੈਕਟ੍ਰੋਨ ਲੋਸ ਕੀਤਾ ਦੂਸਰੀ ਚੀਜ਼ ਸਾਹਮਣੇ ਵਾਲੀ ਉਹਨੂੰ ਗੇਨ ਕਰੂਗੀ, ਮਤਲਬ ਸਾਹਮਣੇ ਵਾਲੇ ਦੀ ਕੀ ਹੋ ਜੂਗੀ? ਗੇਨ ਆਫ ਇਲੈਕਟ੍ਰੋਨ। ਗੇਨ ਆਫ ਇਲੈਕਟ੍ਰੋਨ ਕੀ ਹੁੰਦੀ ਆ? ਰਿਡਕਸ਼ਨ। ਰਿਡਕਸ਼ਨ ਹੋਈ ਕਾਹਤੋਂ ਆ? ਕਿਉਂਕਿ ਆਪਾਂ ਆਪਣੇ ਇਲੈਕਟ੍ਰੋਨ ਲੋਸ ਕੀਤੇ ਆ, ਮਤਲਬ ਉਸ ਐਟਮ ਨੇ ਆਪਣੇ ਇਲੈਕਟ੍ਰੋਨ ਲੋਸ ਕੀਤੇ ਆ। ਇਹਦਾ ਮਤਲਬ ਐਟਮ ਕੀ ਐਕਟ ਕਰੂਗਾ? ਐਜ਼ ਏ ਰਿਡਿਊਸਿੰਗ ਏਜੰਟ। ਠੀਕ ਆ। ਉਹ ਕੀ ਐਕਟ ਕਰੂਗਾ? ਰਿਡਿਊਸਿੰਗ ਏਜੰਟ। ਓਨਾ ਹੀ ਸਟਰੋਂਗ ਹੋਊਗਾ ਜਿੰਨਾ ਉਹਦਾ ਮੈਟੈਲਿਕ ਕਰੈਕਟਰ ਜ਼ਿਆਦਾ ਹੋਊਗਾ। ਠੀਕ ਆ। ਅਤੇ ਡਾਊਨ ਦਾ ਗਰੁੱਪ ਆਫ ਮੈਟੈਲਿਕ ਕਰੈਕਟਰ ਕੀ ਹੋਊਗਾ? ਵੀ ਮੈਟੈਲਿਕ ਕਰੈਕਟਰ ਇਨਕਰੀਜ਼ ਹੋਊਗਾ, ਕਿਉਂਕਿ ਸਾਈਜ਼ ਇਨਕਰੀਜ਼ ਹੁੰਦਾ। ਇਸ ਕਰਕੇ ਹਰ ਇੱਕ ਗਰੁੱਪ ਦੇ ਆਪਾਂ ਨੂੰ ਐਂਡ 'ਤੇ ਥੱਲੇ, ਠੀਕ ਹੈ ਨਾ, ਡਾਊਨਵਰਡ ਐਂਡ 'ਤੇ ਆਪਾਂ ਨੂੰ ਮੋਸਟਲੀ ਕੀ ਮਿਲਦੇ ਆ? ਮੈਟਲਸ ਮਿਲਦੇ ਆ। ਮੈਟੈਲਿਕ ਕਰੈਕਟਰ ਬਹੁਤ ਹੀ ਜ਼ਿਆਦਾ ਹੋ ਜਾਂਦਾ। ਠੀਕ ਆ। ਇਹ ਗੱਲ ਯਾਦ ਰੱਖਣੀ। ਆ ਸਾਰਿਆਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਹੋਈ, ਕੌਣ ਮੈਟਲ ਆ, ਕੌਣ ਨੋਨ ਮੈਟਲ ਆ। ਹੁਣ ਇੱਦਾਂ ਹੀ ਜਿਹੜਾ ਨੋਨ ਮੈਟੈਲਿਕ ਕਰੈਕਟਰ ਹੁੰਦਾ ਉਹ ਇਹਦੇ ਜਸਟ ਓਪੋਜ਼ਿਟ ਆ, ਟੈਂਡੈਂਸੀ ਟੂ ਗੇਨ ਇਲੈਕਟ੍ਰੋਨਸ। ਠੀਕ ਆ। ਟੂ ਕੰਪਲੀਟ ਦੇਅਰ ਓਕਟੈਟ। ਓਕਟੈਟ ਆਪਣਾ ਕੰਪਲੀਟ ਕਰਨਾ ਹੁੰਦਾ, ਵੈਲੈਂਸ ਸ਼ੈਲ ਦੇ ਵਿੱਚ ਉਹ ਇਲੈਕਟ੍ਰੋਨਸ ਨੂੰ ਗੇਨ ਕਰਦੇ। ਇਹ ਤੇ ਜਸਟ ਓਪੋਜ਼ਿਟ ਆ। ਸਾਈਜ਼ ਜਿੰਨਾ ਛੋਟਾ ਹੋਊਗਾ ਉਨੀ ਜਲਦੀ ਇਲੈਕਟ੍ਰੋਨ ਗੇਨ ਹੋਊਗਾ। ਨਿਊਕਲੀਅਰ ਚਾਰਜ ਜਿੰਨਾ ਜ਼ਿਆਦਾ ਹੋਊਗਾ ਉਨੀ ਜਲਦੀ ਇਲੈਕਟ੍ਰੋਨ ਗੇਨ ਹੋਊਗਾ। ਠੀਕ ਹੈ। ਜਿੱਦਾਂ ਕਿ Cl ਆ, ਉਹ ਇੱਕ ਇਲੈਕਟ੍ਰੋਨ ਗੇਨ ਕਰਕੇ Cl ਨੈਗੇਟਿਵ ਆਇਨ ਬਣਾ ਲੈਂਦਾ, ਸਟੇਬਲ ਹੋ ਜਾਂਦਾ। ਜਿਨ੍ਹਾਂ ਕੋਲ 7 ਇਲੈਕਟ੍ਰੋਨ ਆ ਮਤਲਬ ਵੈਲੈਂਸ ਸ਼ੈਲ ਦੇ ਵਿੱਚ, ਜਾਂ ਫਿਰ ਆਕਸੀਜਨ ਦੇ ਕੋਲ ਕਿੰਨੇ ਹੁੰਦੇ ਆ? ਵੈਲੈਂਸ ਸ਼ੈਲ ਦੇ ਵਿੱਚ ਇਲੈਕਟ੍ਰੋਨ ਹੁੰਦੇ 6 ਹੁੰਦੇ ਆ। ਇੱਦਾਂ ਦਿਆਂ ਨੇ ਇਲੈਕਟ੍ਰੋਨਸ ਨੂੰ ਗੇਨ ਕਰਕੇ ਸਟੇਬਲ ਬਣਨਾ। ਠੀਕ ਆ। ਇਹ ਵੀ ਇਹਨਾਂ ਦੋ ਚੀਜ਼ਾਂ 'ਤੇ ਹੀ ਡਿਪੈਂਡ ਕਰਦਾ, ਅਤੇ ਇਹਨਾਂ ਦਾ ਬਿਹੇਵੀਅਰ ਆਪਾਂ ਆਲਰੇਡੀ ਮੈਂ ਤੁਹਾਨੂੰ ਬੋਲ ਕੇ ਦੱਸ ਹੀ ਚੁੱਕਾ ਵਾਂ। ਠੀਕ ਆ। ਉਸੇ ਦੇ ਜਸਟ ਓਪੋਜ਼ਿਟ ਬਣ ਜਾਣਾ। ਠੀਕ ਹੈ। ਇਹ ਤੁਸੀਂ ਆਪ ਰੀਡ ਕਰਨਾ। ਹੁਣ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਕੀ ਆ ਕਿ ਆਕਸਾਈਡਸ ਦਾ ਕਿੱਦਾਂ ਦਾ ਨੇਚਰ ਹੁੰਦਾ, ਇਹ ਗੱਲ ਯਾਦ ਰੱਖਿਓ ਵੀ। ਸਭ ਤੋਂ ਪਹਿਲਾਂ ਤੁਸੀਂ ਵਰਡ ਯਾਦ ਰੱਖਣਾ MOB। MOB। ਠੀਕ ਆ। ਯਾਦ ਕਰ ਲਓ MOB। MOB ਮਤਲਬ ਮੈਟੈਲਿਕ ਆਕਸਾਈਡਸ ਆਰ ਬੇਸਿਕ। ਠੀਕ ਆ। ਕੀ ਯਾਦ ਰੱਖਣਾ? ਮੈਟੈਲਿਕ ਆਕਸਾਈਡਸ ਆਰ ਬੇਸਿਕ। ਮੈਟੈਲਿਕ ਆਕਸਾਈਡ ਬੇਸਿਕ ਹੁੰਦੇ, ਇਸ ਕਰਕੇ ਜਿੰਨਾ ਜ਼ਿਆਦਾ ਮੈਟੈਲਿਕ ਕਰੈਕਟਰ ਉਹਨਾਂ ਦੇ ਆਕਸਾਈਡ ਕੀ ਹੋਊਗੇ? ਬੇਸਿਕ ਹੋਊਗੇ। ਜਿੱਦਾਂ ਸੋਡੀਅਮ ਦਾ ਆਕਸਾਈਡ, ਸੋਡੀਅਮ ਇੱਕ ਮੈਟਲ ਆ, ਮੈਗਨੀਸ਼ੀਅਮ ਵੀ ਮੈਟਲ ਆ, ਬੇਸਿਕ ਆ। ਹੌਲੀ ਹੌਲੀ ਐਮਫੋਟੈਰਿਕ ਬਣ ਜੂਗੇ, ਫਿਰ ਹੌਲੀ ਹੌਲੀ ਐਸਿਡਿਕ ਹੁੰਦੇ ਜਾਊਗੇ। ਨੋਨ ਮੈਟਲ ਦੇ ਆਕਸਾਈਡ ਕੀ ਬਣਨੇ? ਐਸਿਡਿਕ ਬਣਨੇ। ਠੀਕ ਆ। ਸੋ ਅਕਰੋਸ ਦਾ ਪੀਰੀਅਡ ਐਸਿਡਿਕ ਬਿਹੇਵੀਅਰ ਇਨਕਰੀਜ਼ ਹੁੰਦਾ, ਅਤੇ ਡਾਊਨ ਦਾ ਗਰੁੱਪ ਬੇਸਿਕ ਬਿਹੇਵੀਅਰ ਇਨਕਰੀਜ਼ ਹੁੰਦਾ। ਸੇਮ ਤੁਸੀਂ ਮੈਟੈਲਿਕ ਕਰੈਕਟਰ ਦੇ ਨਾਲ ਇਹਨੂੰ ਰਿਲੇਟ ਕਰਨਾ। ਠੀਕ ਆ।
ਐਂਫੋਟੈਰਿਕ ਆਕਸਾਈਡ ਕੀ ਹੁੰਦੇ ਆ, ਜਿਹੜੇ ਆਕਸਾਈਡ ਤੇ ਐਸਿਡਿਕ ਵੀ ਹੋਣ ਤੇ ਬੇਸਿਕ ਵੀ ਹੋਣ, ਮਤਲਬ ਐਸਿਡ ਨਾਲ ਵੀ ਰਿਐਕਟ ਕਰ ਜਾਣ ਤੇ ਬੇਸ ਨਾਲ ਵੀ ਕਰ ਜਾਣ। ਠੀਕ ਆ। ਕੈਮੀਕਲ ਰਿਐਕਟੀਵਿਟੀ ਦੇਖੋ ਵੀ, ਰਿਐਕਟੀਵਿਟੀ ਦੋ ਚੀਜ਼ਾਂ ਨਾਲ ਆਪਾਂ ਐਕਸਪਲੇਨ ਕਰ ਸਕਦੇ ਹਾਂ, ਆਈਦਰ ਟੈਂਡੈਂਸੀ ਟੂ ਲੋਸ ਇਲੈਕਟ੍ਰੋਨ ਔਰ ਟੈਂਡੈਂਸੀ ਟੂ ਗੇਨ ਇਲੈਕਟ੍ਰੋਨ। ਠੀਕ ਆ, ਦੋਨੋਂ ਕੇਸਿਸ ਦੇ ਵਿੱਚ ਹਾਈਲੀ ਰਿਐਕਟਿਵ ਚੀਜ਼ ਹੋ ਸਕਦੀ ਹੈ। ਸੋ ਇਹਦਾ ਮਤਲਬ ਜਿਨ੍ਹਾਂ ਦੀ ਵੈਲੈਂਸੀ 1 ਜਾਂ 2 ਆ, ਜਾਂ ਫਿਰ ਜਿਨ੍ਹਾਂ ਦੇ ਕੋਲ ਵੇਲੈਂਸ ਸ਼ੈਲ ਦੇ ਵਿੱਚ 1 2 ਜਾਂ ਫਿਰ 6 7 ਇਲੈਕਟ੍ਰੋਨਸ ਆ, ਉਹ ਸਭ ਤੋਂ ਜ਼ਿਆਦਾ ਰਿਐਕਟਿਵ ਹੁੰਦੇ। ਠੀਕ ਆ। ਸੋ ਮਤਲਬ ਪੀਰੀਓਡਿਕ ਟੇਬਲ ਦੇ ਦੋਨੋਂ ਸਾਈਡ ਤੇ ਐਕਸਟ੍ਰੀਮ ਪੋਜੀਸ਼ਨ, ਮਤਲਬ ਐਂਡ ਵਾਲੇ ਐਲੀਮੈਂਟ, ਰਾਈਟ ਸਾਈਡ ਤੇ ਵੀ ਐਂਡ ਵਾਲੇ ਤੇ ਉੱਧਰ ਵੀ ਐਂਡ ਵਾਲੇ, ਉਹ ਸਾਰੇ ਹੀ ਰਿਐਕਟਿਵ ਹੁੰਦੇ। ਜਿੱਦਾਂ ਕਿ ਸੋਡੀਅਮ ਬਹੁਤ ਰਿਐਕਟਿਵ ਆ ਤੇ ਇੱਧਰੋਂ ਕੈਲਸ਼ੀਅਮ ਬਹੁਤ ਰਿਐਕਟਿਵ ਆ। ਵਿਚਕਾਲੇ ਨੂੰ ਮੂਵ ਕਰਦੇ ਹੋਏ ਰਿਐਕਟੀਵਿਟੀ ਲੋ ਹੋ ਜਾਂਦੀ। ਠੀਕ ਹੈ, ਕਿਉਂਕਿ ਇਹਦੇ ਕੋਲ 4 ਇਲੈਕਟ੍ਰੋਨ ਆ ਨਾ, ਹੁਣ ਉਹ 4 ਇਹਨੂੰ ਹੋਰ ਚਾਹੀਦੇ 8 ਕਰਨ ਦੇ ਲਈ, ਉਹ ਨਾ ਹੀ ਤਾਂ 4 ਗੇਨ ਹੋਣੇ ਨਾ ਹੀ 4 ਲੋਸ ਹੋਣੇ, ਇਸ ਕਰਕੇ ਸ਼ੇਅਰ ਹੋਣੇ ਆ, ਇਸ ਕਰਕੇ ਉਹਦੀ ਰਿਐਕਟੀਵਿਟੀ ਥੋੜ੍ਹੀ ਹੋ ਜਾਂਦੀ ਹੈ। ਠੀਕ ਆ। ਡਾਊਨ ਦਾ ਗਰੁੱਪ ਰਿਐਕਟੀਵਿਟੀ ਮੋਸਟਲੀ ਜਿਹੜੀ ਆ ਉਹ ਟੈਂਡੈਂਸੀ ਟੂ ਲੂਜ਼ ਇਲੈਕਟ੍ਰੋਨਸ ਇਨਕਰੀਜ਼ ਹੁੰਦੀ ਆ। ਸਿੰਸ ਕੈਮੀਕਲ ਰਿਐਕਟੀਵਿਟੀ ਇਨ ਮੈਟਲਸ ਦੇ ਕੇਸ ਦੇ ਵਿੱਚ ਤਾਂ ਰਿਐਕਟੀਵਿਟੀ ਡਾਊਨ ਦਾ ਗਰੁੱਪ ਇਨਕਰੀਜ਼ ਹੁੰਦੀ ਆ, ਨੋਨ ਮੈਟਲਸ ਦੇ ਕੇਸ ਦੇ ਵਿੱਚ ਡਿਕਰੀਜ਼ ਹੁੰਦੀ ਹੈ। ਠੀਕ ਆ, ਦੋਨਾਂ ਵਿੱਚ ਓਪੋਜ਼ਿਟ ਆ। ਮੈਟਲਸ ਦੇ ਕੇਸ ਦੇ ਵਿੱਚ ਇਨਕਰੀਜ਼ ਹੁੰਦੀ ਰਿਐਕਟੀਵਿਟੀ, ਨੋਨ ਮੈਟਲਸ ਦੇ ਕੇਸ ਦੇ ਵਿੱਚ ਡਿਕਰੀਜ਼ ਹੁੰਦੀ ਹੈ। ਠੀਕ ਆ। The most reactive non-metal is at the top of the group number 17, that is the fluorine, and most reactive metal is at the bottom of the group number 1। ਠੀਕ ਹੈ, ਗੱਲਾਂ ਯਾਦ ਰੱਖਣੀਆਂ ਤੁਸੀਂ। ਇੱਦਾਂ ਹੀ ਮੈਂ ਆਪਣੇ ਕੋਲ ਫਿਜ਼ੀਕਲ ਪ੍ਰੋਪਰਟੀਜ਼ ਜਿੱਦਾਂ ਕਿ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ ਵਗੈਰਾ ਵਾ, ਉਹਨਾਂ ਦੇ ਵਿੱਚ ਕੁਛ ਖਾਸ ਆਪਾਂ ਨੂੰ ਪੈਟਰਨ ਨਹੀਂ ਦੇਖਣ ਨੂੰ ਮਿਲਦੇ, ਬਟ ਫਿਰ ਵੀ ਉਹਨਾਂ ਨੇ ਆਪਾਂ ਨੂੰ ਐਗਜ਼ਾਮਪਲਸ ਵਗੈਰਾ ਇੱਥੇ ਦਿੱਤੀਆਂ ਹੋਈਆਂ, ਇਹ ਤੁਸੀਂ ਰੀਡ ਕਰਕੇ ਦੇਖੋ। ਠੀਕ ਹੈ, ਇਹ ਜਸਟ ਰੀਡ ਕਰਨ ਦੇ ਲਈ ਇਹ ਚੀਜ਼ਾਂ ਦਿੱਤੀਆਂ ਹੋਈਆਂ। ਠੀਕ ਹੈ, ਇਹਨਾਂ ਨੂੰ ਰੀਡ ਕਰਕੇ ਦੇਖੋ।